हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਮਾਸਟਰ ਕੇਡਰ ਮਿਡੀਵਲ ਹਿਸਟਰੀ ਆਪਾਂ ਜਿਹੜੀ ਸਟਾਰਟ ਕਰੀ ਹੋਈ ਹੈ, ਜਿਹਨੂੰ ਆਪਾਂ ਮੱਧਕਾਲੀਨ ਭਾਰਤ ਦਾ ਇਤਿਹਾਸ ਕਹਿੰਦੇ ਆ। ਸੋ ਲੈਕਚਰ 4 ਤੁਹਾਡੇ ਲਈ ਲੈ ਕੇ ਆਏ। ਇਸ ਤੋਂ ਪਹਿਲਾਂ ਪ੍ਰਾਚੀਨ ਭਾਰਤ ਦਾ ਇਤਿਹਾਸ ਏਸੈਂਟ ਹਿਸਟਰੀ ਜਿਹੜੀ ਤੁਹਾਨੂੰ ਪ੍ਰੋਵਾਈਡ ਕੀਤੀ ਗਈ ਹੈ। ਸੋ ਜਿਨ੍ਹਾਂ ਨੇ ਹਾਲੇ ਤੱਕ ਉਹ ਭਾਗ ਜਿਹੜੇ ਰੀਡ ਨਹੀਂ ਕੀਤੇ ਤਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਣਗੇ, ਉੱਥੇ ਜਾ ਕੇ ਰੀਡ ਕਰ ਸਕਦੇ ਹੋ। ਤਾਂ ਸੈਕਿੰਡ ਭਾਗ ਦੀ ਆਪਾਂ ਹਿਸਟਰੀ ਹੈ ਜਿਹੜੀ ਸਟਾਰਟ ਕਰੀ ਹੋਈ ਹੈ ਅਤੇ ਆਪਣਾ ਜਿਹੜਾ ਟੌਪਿਕ ਹੈ ਉਹ ਮੁਹੰਮਦ ਗੌਰੀ ਹੈ। ਇਸ ਨਾਲ ਸੰਬੰਧਿਤ MCQ ਪ੍ਰਸ਼ਨ ਉੱਤਰ ਜਿਹੜੇ ਚੱਲ ਰਹੇ ਨੇ। ਤਾਂ ਸਟਾਰਟ ਕਰਦੇ ਹਾਂ ਜੀ ਇਸੇ ਟੌਪਿਕ ਦੇ ਨਾਲ ਸੰਬੰਧਿਤ ਅਗਲੇ MCQ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਨੰਬਰ 67 ਤੋਂ ਸਟਾਰਟ ਕਰਾਂਗੇ। ਕੁਵਤ ਉਲ ਇਸਲਾਮ ਦਿੱਲੀ ਅਤੇ 2.5 ਦਿਨ ਦਾ ਝੋਪੜਾ ਅਜਮੇਰ ਕਿਸ ਨੇ ਬਣਵਾਇਆ ਸੀ? ਇਹਦੇ ਵਿੱਚੋਂ ਵੀ ਹੋਰ ਕੁਐਸਚਨ ਬਣਦੇ ਆ, ਜਿਵੇਂ ਕੁਵਤ ਉਲ ਇਸਲਾਮ ਕਿੱਥੇ ਹੈ ਤਾਂ ਦਿੱਲੀ ਵਿੱਚ ਹੈ। 2.5 ਦਿਨ ਦਾ ਝੋਪੜਾ ਇਹ ਕਿੱਥੇ ਹੈ? ਅਜਮੇਰ ਦੇ ਵਿੱਚ। ਅਤੇ ਕਿਸ ਨੇ ਬਣਵਾਇਆ ਸੀ? ਉਸ ਸ਼ਾਸਕ ਦਾ ਜਿਹੜਾ ਨਾਮ ਦੱਸਣਾ ਹੈ। ਕੁਤਬਦੀਨ ਐਬਕ ਨੇ, ਮੁਹੰਮਦ ਗੌਰੀ ਨੇ, ਇਲਤੁਤਮਿਸ ਨੇ ਜਾਂ ਫਿਰ ਮਹਿਮੂਦ ਗਜਨਬੀ ਨੇ। ਤਾਂ ਇਹ ਬਣਵਾਇਆ ਸੀਗਾ ਜੀ ਕੁਤਬਦੀਨ ਐਬਕ ਨੇ, ਆਪਸ਼ਨ ਊੜਾ। ਕੁਵਤ ਉਲ ਇਸਲਾਮ ਦਿੱਲੀ ਦੇ ਵਿੱਚ ਅਤੇ 2.5 ਦਿਨ ਦਾ ਝੋਪੜਾ ਅਜਮੇਰ ਦੇ ਵਿੱਚ ਕੁਤਬਦੀਨ ਐਬਕ ਨੇ ਜਿਹੜਾ ਬਣਵਾਇਆ ਸੀ, ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਕੁਤਬ ਮੀਨਾਰ ਦੀ ਉਸਾਰੀ ਦਾ ਕੰਮ ਕਿਸ ਨੇ ਜਿਹੜਾ ਸੰਪੂਰਨ ਯਾਨੀ ਕਿ ਪੂਰਾ ਕਰਵਾਇਆ ਸੀ? ਕੁਤਬਦੀਨ ਐਬਕ, ਇਲਤੁਤਮਿਸ, ਮੁਹੰਮਦ ਗੌਰੀ ਜਾਂ ਮਹਿਮੂਦ ਗਜਨਬੀ। ਤਾਂ ਜੋ ਕੁਤਬ ਮੀਨਾਰ ਸੀ ਇਹਦੀ ਉਸਾਰੀ ਦਾ ਕੰਮ ਜਿਹੜਾ ਸੰਪੂਰਨ ਸੀਗਾ ਉਹ ਇਲਤੁਤਮਿਸ ਨੇ ਕਰਵਾਇਆ ਸੀਗਾ, ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕੁਤਬ ਮੀਨਾਰ ਦਾ ਨਿਰਮਾਣ ਕਿਸ ਨੂੰ ਸਮਰਪਿਤ ਹੈ? ਕਾਜੀ ਰੁਕਨੁਦੀਨ, ਕਾਜੀ ਫਕਰੁਦੀਨ, ਖਵਾਜਾ ਕੁਤਬਦੀਨ ਬਖਤਿਆਰ ਕਾਕੀ ਜਾਂ ਇਲਤੁਤਮਿਸ ਨੂੰ। ਤਾਂ ਕੁਤਬ ਮੀਨਾਰ ਦਾ ਨਿਰਮਾਣ ਦਾ ਜਿਹੜਾ ਸਮਰਪਿਤ ਹੈ ਉਹ ਆਪਸ਼ਨ ਈਡੀ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਨੂੰ ਹੈ। ਹਸਨ ਨਿਜ਼ਾਮੀ ਅਤੇ ਫਕਰੁਦੀਨ ਕਿਸ ਦੇ ਦਰਬਾਰੀ ਕਵੀ ਸੀ? ਤਾਂ ਦੋਨੇ ਇਹ ਕਵੀਆਂ ਦੇ ਨਾਮ ਨੇ, ਦੋਨੇ ਕਵੀ ਹੋਏ ਨੇ ਹਸਨ ਨਿਜ਼ਾਮੀ ਅਤੇ ਫਕਰੁਦੀਨ। ਸੋ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਦਾ ਸੰਬੰਧ ਕਿਸ ਨਾਲ ਸੀ, ਜਾਂ ਇਹ ਕੌਣ ਸੀ, ਜਾਂ ਕਿਹੜਾ ਇਹਨਾਂ ਦਾ ਫੀਲਡ ਸੀਗਾ। ਤਾਂ ਇਹ ਕਵੀ ਸੀਗੇ ਅਤੇ ਕਿਹਦੇ ਦਰਬਾਰ ਦੇ ਵਿੱਚ ਸੀ ਇਹ ਦੱਸਣਾ ਹੈ। ਮੁਹੰਮਦ ਗੌਰੀ, ਕੁਤਬਦੀਨ ਐਬਕ, ਇਲਤੁਤਮਿਸ ਜਾਂ ਅਲਾਉਦੀਨ ਖਿਲਜੀ। ਤਾਂ ਇਹ ਕਵੀ ਸੀਗੇ ਜੀ ਕੁਤਬਦੀਨ ਐਬਕ ਦੇ ਦਰਬਾਰੀ ਕਵੀ, ਹਸਨ ਨਿਜ਼ਾਮੀ ਅਤੇ ਫਕਰੁਦੀਨ ਕੁਤਬਦੀਨ ਐਬਕ ਦੇ ਦਰਬਾਰੀ ਕਵੀ ਸੀਗੇ, ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਤਾਰੀਖ ਏ ਮੁਬਾਰਕ ਸ਼ਾਹੀ ਦਾ ਲੇਖਕ ਕੌਣ ਹੈ? ਫਕਰੁਦੀਨ, ਕੁਤਬਦੀਨ, ਕੁਤਬਦੀਨ ਐਬਕ ਜਾਂ ਹਸਨ ਨਿਜ਼ਾਮੀ। ਤਾਂ ਤਾਰੀਖ ਏ ਮੁਬਾਰਕ ਸ਼ਾਹੀ ਦੇ ਜੋ ਰਾਈਟਰ ਨੇ ਉਹ ਫਕਰੁਦੀਨ ਨੇ, ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਤਾਜ ਉਲ ਮਾਸਿਰ ਦਾ ਲੇਖਕ ਕੌਣ ਸੀਗਾ? ਫਕਰੁਦੀਨ, ਕੁਤਬਦੀਨ ਐਬਕ, ਹਸਨ ਨਿਜ਼ਾਮੀ ਜਾਂ ਕਾਜੀ ਰੁਕਨੁਦੀਨ। ਤਾਂ ਤਾਜ ਉਲ ਮਾਸਿਰ ਦਾ ਜਿਹੜਾ ਲੇਖਕ ਸੀਗਾ ਹਸਨ ਨਿਜ਼ਾਮੀ ਸੀ, ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੋਸਟ ਇੰਪੋਰਟੈਂਟ ਹੈ, ਇਲਤੁਤਮਿਸ ਦਾ ਪੂਰਾ ਨਾਮ ਕੀ ਸੀ? ਗਿਆਸੁਦੀਨ ਇਲਤੁਤਮਿਸ, ਸ਼ਮਸਉਦੀਨ ਇਲਤੁਤਮਿਸ, ਜਲਾਲੁਦੀਨ ਇਲਤੁਤਮਿਸ ਜਾਂ ਫਿਰ ਸੁਲਤਾਨ ਇਲਤੁਤਮਿਸ। ਤਾਂ ਇਲਤੁਤਮਿਸ ਦਾ ਜਿਹੜਾ ਪੂਰਾ ਨਾਮ ਸੀਗਾ ਸ਼ਮਸਉਦੀਨ ਇਲਤੁਤਮਿਸ ਸੀਗਾ, ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਸੋ ਨਾਲ ਦੀ ਨਾਲ ਕਮੈਂਟ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ। ਇਲਤੁਤਮਿਸ ਜਿਹੜਾ ਉਹ ਕਿਸ ਦਾ ਦਾਸ ਸੀਗਾ? ਕੁਤਬਦੀਨ ਐਬਕ ਦਾ, ਮੁਹੰਮਦ ਗੌਰੀ ਦਾ, ਮੁਹੰਮਦ ਤੁਗਲਕ ਦਾ ਜਾਂ ਫਿਰ ਗਿਆਸੁਦੀਨ ਤੁਗਲਕ ਦਾ। ਤਾਂ ਜੋ ਰਾਜਾ ਇਲਤੁਤਮਿਸ ਹੋਇਆ ਤਾਂ ਇਹ ਕੁਤਬਦੀਨ ਐਬਕ ਦਾ ਦਾਸ ਸੀਗਾ। ਕੁਤਬ ਮੀਨਾਰ ਨੂੰ ਵੀ ਇਸ ਨੇ ਜਿਹੜਾ ਕੰਮ ਬਾਕੀ ਰਹਿਣਾ ਸੀ ਸੰਪੂਰਨ ਕਰਾਇਆ ਸੀਗਾ ਇਲਤੁਤਮਿਸ ਨੇ। ਕੁਤਬਦੀਨ ਐਬਕ ਤੋਂ ਬਾਅਦ ਇਲਤੁਤਮਿਸ ਹੈ ਜਿਹੜਾ ਆਇਆ ਸੀ। 1210 ਵਿੱਚ ਕੁਤਬਦੀਨ ਦੀ ਮੌਤ ਮਗਰੋਂ ਗੱਦੀ ਉੱਤੇ ਕੌਣ ਬੈਠਾ ਸੀ? ਬਹਿਰਾਮ ਸ਼ਾਹ, ਆਰਾਮ ਸ਼ਾਹ, ਇਲਤੁਤਮਿਸ ਜਾਂ ਰਜ਼ੀਆ ਸੁਲਤਾਨਾ। ਤਾਂ 1210 ਵਿੱਚ ਕੁਤਬਦੀਨ ਐਬਕ ਦੀ ਜਿਹੜੀ ਮੌਤ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਆਰਾਮ ਸ਼ਾਹ ਜਿਹੜਾ ਗੱਦੀ 'ਤੇ
ਬਹਿੰਦਾ ਹੈ, ਕੁਝ ਸਮੇਂ ਲਈ ਬਹਿੰਦਾ ਹੈ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਦਿੱਲੀ ਸਲਤਨਤ ਦਾ ਵਾਸਤਵਿਕ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ? ਇਲਤੁਤਮਿਸ ਨੂੰ, ਬਲਬਨ ਨੂੰ, ਕੁਤਬਦੀਨ ਐਬਕ ਨੂੰ ਜਾਂ ਮੁਹੰਮਦ ਗੌਰੀ ਨੂੰ। ਤਾਂ ਦਿੱਲੀ ਸਲਤਨਤ ਹੋਈ ਹੈ ਜਿਹੜੀ, ਤਾਂ ਇਸ ਨੂੰ ਵਾਸਤਵਿਕ ਮੋਢੀ ਹੈ ਜਿਹੜਾ ਇਸਦਾ ਇਲਤੁਤਮਿਸ ਨੂੰ ਮੰਨਿਆ ਜਾਂਦਾ ਹੈ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਦਾਸਾਂ ਦਾ ਦਾਸ ਕਿਹੜੇ ਸ਼ਾਸਕ ਨੂੰ ਜਿਹੜਾ ਕਿਹਾ ਜਾਂਦਾ ਹੈ? ਅਲਾਉਦੀਨ ਖਿਲਜੀ, ਬਲਬਨ, ਕੁਤਬਦੀਨ ਐਬਕ ਜਾਂ ਇਲਤੁਤਮਿਸ ਨੂੰ। ਤਾਂ ਦਾਸਾਂ ਦਾ ਦਾਸ ਹੈ ਜਿਹੜਾ ਇਲਤੁਤਮਿਸ ਨੂੰ ਕਿਹਾ ਜਾਂਦਾ ਹੈ, ਜੋ ਦਿੱਲੀ ਸਲਤਨਤ ਦਾ ਵਾਸਤਵਿਕ ਮੋਢੀ ਹੈ ਜਿਹੜਾ ਮੰਨਿਆ ਗਿਆ। ਇਹ ਰਾਜਾ, ਇਹ ਸ਼ਾਸਕ। ਤਾਂ ਦਾਸਾਂ ਦਾ ਦਾਸ, ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਹੈ, ਕਾਫੀ ਵਾਰ ਐਗਜ਼ਾਮ ਦੇ ਵਿੱਚ ਆਇਆ। ਤਾਂ ਇਲਤੁਤਮਿਸ ਨੂੰ ਜਿਹੜਾ ਦਾਸਾਂ ਦਾ ਦਾਸ ਹੈ ਜਿਹੜਾ ਕਿਹਾ ਜਾਂਦਾ ਹੈ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਇਲਤੁਤਮਿਸ ਦਾ ਸ਼ਾਸਨ ਕਾਲ ਕਿੰਨਾ ਸੀ? 1211 ਤੋਂ 1236 ਹੁਣੇ ਆਪਾਂ ਪੜ੍ਹ ਕੇ ਆਏ ਹਾਂ ਕੁਤਬਦੀਨ ਐਬਕ ਦੀ ਮੌਤ ਬਾਰੇ। 1210 ਤੋਂ 1236 ਜਾਂ 1212 ਤੋਂ 1236 ਜਾਂ 1236 ਤੋਂ 1240। ਤਾਂ ਇਲਤੁਤਮਿਸ ਦਾ ਜਿਹੜਾ ਸ਼ਾਸਨ ਕਾਲ ਸੀਗਾ ਉਹ 1211 ਤੋਂ ਲੈ ਕੇ 1236 ਈਸਵੀ ਤੱਕ ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਇਲਤੁਤਮਿਸ ਅਤੇ ਤਾਜਉਦੀਨ ਜਲਦੋਜ ਦੇ ਵਿਚਕਾਰ 1215 ਵਿੱਚ ਕਿਹੜੇ ਇਤਿਹਾਸਕ ਸਥਾਨ 'ਤੇ ਲੜਾਈ ਹੋਈ ਸੀ? ਦੋ ਸ਼ਾਸਕ ਸੀਗੇ, ਇੱਕ ਤਾਂ ਇਲਤੁਤਮਿਸ ਸੀਗਾ, ਦੂਸਰਾ ਤਾਜਉਦੀਨ ਜਲਦੋਜ ਸੀ। ਤਾਂ ਇਹਨਾਂ ਦੇ ਵਿਚਾਲੇ 1215 ਈਅਰ ਦੇ ਵਿੱਚ ਕਿਹੜੇ ਇਤਿਹਾਸਕ ਸਥਾਨ 'ਤੇ ਲੜਾਈ ਹੋਈ ਸੀ? ਤਰਾਇਣ, ਪਾਣੀਪਤ, ਦਿੱਲੀ ਜਾਂ ਫਿਰ ਆਗਰਾ। ਤਾਂ ਇਹ ਸਥਾਨ ਸੀਗਾ ਜੀ ਤਰਾਇਣ। ਤਰਾਇਣ ਦੇ ਸਥਾਨ 'ਤੇ ਜਿਹੜੀ 1215 ਦੇ ਵਿੱਚ ਇਲਤੁਤਮਿਸ ਅਤੇ ਤਾਜਉਦੀਨ ਜਲਦੋਜ ਇਹਦੇ ਵਿਚਕਾਰ ਸੀ ਜਿਹੜੀ ਲੜਾਈ ਹੋਈ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਨਾਸਰਉਦੀਨ ਕਵਾਚਾ ਕੁਤਬਦੀਨ ਐਬਕ ਦਾ ਕੌਣ ਸੀਗਾ? ਭਰਾ ਸੀ, ਜਵਾਈ ਸੀ, ਭਣਵਈਆ ਸੀ ਜਾਂ ਫਿਰ ਪੁੱਤਰ ਸੀ? ਤਾਂ ਨਾਸਰਉਦੀਨ ਜੋ ਕਵਾਚਾ ਸੀ ਤਾਂ ਇਹ ਕੁਤਬਦੀਨ ਐਬਕ ਦਾ ਭਣਵਈਆ ਸੀ। ਤਾਂ ਇੱਥੇ ਭਣਵਈਆ ਆਏਗਾ। ਆਪਸ਼ਨ ਈਡੀ ਰਾਈਟ ਆਨਸਰ ਆਏਗਾ। ਲਾਹੌਰ ਦੀ ਥਾਂ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਉਣ ਵਾਲਾ ਸ਼ਾਸਕ ਕੌਣ ਸੀ? ਜਿਹਨੇ ਲਾਹੌਰ ਦੀ ਥਾਂ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਤਾਂ ਹੁਣ ਉਹਨੇ ਆਪਾਂ ਪੜ੍ਹ ਕੇ ਆਏ ਹਾਂ ਦਿੱਲੀ ਸਲਤਨਤ ਦਾ ਵਾਸਤਵਿਕ ਮੋਢੀ ਇਲਤੁਤਮਿਸ, ਕੁਤਬਦੀਨ ਐਬਕ, ਬਲਬਨ ਜਾਂ ਅਲਾਉਦੀਨ ਖਿਲਜੀ। ਤਾਂ ਇਹ ਸ਼ਾਸਕ ਹੋਇਆ ਜੀ ਇਲਤੁਤਮਿਸ, ਜਿਹਨੇ ਲਾਹੌਰ ਦੀ ਥਾਂ ਦਿੱਲੀ ਨੂੰ ਆਪਣੀ ਰਾਜਧਾਨੀ ਹੈ ਜਿਹੜੀ ਬਣਾਇਆ ਸੀ। ਇਸ ਕਰਕੇ ਦਿੱਲੀ ਸਲਤਨਤ ਦਾ ਇਸ ਨੂੰ ਮੋਢੀ ਕਿਹਾ ਜਾਂਦਾ ਸੀ। ਉੱਪਰ ਆਪਾਂ ਕੁਐਸਚਨ ਕਰਕੇ ਆਏ ਹਾਂ। ਅਗਲਾ ਪ੍ਰਸ਼ਨ ਹੈ, ਚੰਗੇਜ਼ ਖਾਨ ਦੇ ਹਮਲੇ ਸਮੇਂ ਇਲਤੁਤਮਿਸ ਨੇ ਕਿਸ ਨੂੰ ਸ਼ਰਨ ਦੇ ਕੇ ਦਿੱਲੀ ਸਲਤਨਤ ਦੀ ਰੱਖਿਆ ਕੀਤੀ ਸੀ? ਖਵਾਰਿਜ਼ਮ ਸ਼ਾਹ, ਅਲਾਉਦੀਨ, ਚੰਗੇਜ਼ ਖਾਂ, ਨਾਸਰਉਦੀਨ ਕਵਾਚਾ। ਤਾਂ ਚੰਗੇਜ਼ ਖਾਨ ਦੇ ਹਮਲੇ ਦੇ ਸਮੇਂ ਜਿਹੜਾ ਇਲਤੁਤਮਿਸ ਨੇ ਖਵਾਰਿਜ਼ਮ ਸ਼ਾਹ ਨੂੰ ਸ਼ਰਨ ਦਿੱਤੀ ਸੀ ਅਤੇ ਦਿੱਲੀ ਸਲਤਨਤ ਦੀ ਰੱਖਿਆ ਜਿਹੜੀ ਕੀਤੀ ਸੀ। ਤਾਂਬੇ ਦੇ ਜੀਤਲ ਅਤੇ ਚਾਂਦੀ ਦਾ ਟਕਾ ਜਾਂ ਟੰਕਾ ਇਹ ਸਿੱਕੇ ਸੀਗੇ ਅਤੇ ਕਿਹੜੇ ਸ਼ਾਸਕ ਨੇ ਚਲਾਏ ਸੀ? ਅਲਾਉਦੀਨ ਖਿਲਜੀ, ਮੁਹੰਮਦ ਗੌਰੀ, ਕੁਤਬਦੀਨ ਐਬਕ ਜਾਂ ਇਲਤੁਤਮਿਸ ਨੇ। ਤਾਂ ਤਾਂਬੇ ਦੇ ਜੀਤਲ ਅਤੇ ਚਾਂਦੀ ਦੇ ਟਕੇ ਇਹ ਸਿੱਕੇ ਸੀ ਜਿਹੜੇ, ਜਾਂ ਟੰਕਾ ਕਿਹਾ ਜਾਂਦਾ ਜਾਂ ਟਕਾ ਕਿਹਾ ਜਾਂਦਾ, ਤਾਂ ਰਾਜੇ ਇਲਤੁਤਮਿਸ ਨੇ ਚਲਾਏ ਸੀਗੇ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਇਕਤਾ ਪ੍ਰਣਾਲੀ ਦਾ ਸੰਗਠਨ ਕਿਸ ਨੇ ਕੀਤਾ ਸੀ? ਇਲਤੁਤਮਿਸ ਨੇ, ਮੁਹੰਮਦ ਗੌਰੀ ਨੇ, ਕੁਤਬਦੀਨ ਐਬਕ ਨੇ ਜਾਂ ਅਲਾਉਦੀਨ ਖਿਲਜੀ ਨੇ। ਤਾਂ ਜੋ ਇਕਤਾ ਪ੍ਰਣਾਲੀ ਸੀ ਤਾਂ ਇਹਦਾ ਸੰਗਠਨ ਸੀ ਇਲਤੁਤਮਿਸ ਨੇ ਕਰਿਆ ਸੀਗਾ। ਚਾਲੀਸਾ ਦਾ ਗਠਨ ਕਿਸ ਨੇ ਕੀਤਾ ਸੀ? ਇਲਤੁਤਮਿਸ, ਮੁਹੰਮਦ ਗੌਰੀ, ਕੁਤਬਦੀਨ ਐਬਕ ਜਾਂ ਮਹਿਮੂਦ ਗਜਨਬੀ ਨੇ। ਤਾਂ ਚਾਲੀਸਾ ਦਾ ਗਠਨ ਸੀ ਜਿਹੜਾ ਇਲਤੁਤਮਿਸ ਨੇ ਕੀਤਾ ਸੀਗਾ।
एकता प्रणाली का संगठन भी इल्तुतमिश ने किया सीगा। ये दोनों याद रखियो। अगला प्रश्न है किस शासक नूं कुरान खवान के नाम नाल जाणिया जांदा है? इल्तुतमिश, मुहम्मद गौरी, कुतुबुद्दीन ऐबक या महमूद गजनबी नूं? तो ये शासक है जी कुतुबुद्दीन ऐबक, जिन्हों कुरान खवान के नाम नाल जाणिया जांदा है। कुतुब मीनार तो 5 किलोमीटर दूर नासिर उद्दीन महमूद का विशाल मकबरा से जिहड़ा किसने बनवाया सी? इल्तुतमिश ने, मुहम्मद गौरी ने, कुतुबुद्दीन ऐबक ने या महमूद गजनबी ने? तो ये मकबरा बनवाउण वाले सीगे जी इल्तुतमिश, जिन्हां ने कुतुब मीनार तो 5 किलोमीटर की दूरी ते नासिर उद्दीन महमूद शासक होए ने। तो इन्हां दा विशाल जिहड़ा मकबरा है ये बनवाया सी। ऑप्शन ऊड़ा साडा राइट आंसर आएगा। अगला प्रश्न है इन्हां विचों किहड़ा इल्तुतमिश दा दरबारी कवि नहीं सी? सो पहलां दो दरबारी कवियां दे तुहानूं नाम दस्से सी, तां हुण नहीं है विच पुछिआ गया मिनहाज उस सिराज, अबू बकर बिन मुहम्मद, ताजुद्दीन दबीर या हसन निज़ामी? तो जो इल्तुतमिश का दरबारी कवि नहीं सी वो सीगा हसन निज़ामी, बाकी ये दरबारी कवि सीगे। इल्तुतमिश की जिहड़ी मौत है कदों हुई सी? 27 अप्रैल 1236, 28 अप्रैल 1236, 29 अप्रैल या फिर 30 अप्रैल नूं? तो इल्तुतमिश की मौत है जिहड़ी 30 अप्रैल 1236 नूं हुई सी। ऑप्शन सस्सा राइट आंसर आएगा। अगला प्रश्न है अपनी मौत तो पहला इल्तुतमिश ने किस नूं अपना उत्तराधिकारी सी जिहड़ा नियुक्त कीता सी? रुकनुद्दीन फिरोज शाह नूं, रजिया नूं, अलाउद्दीन नूं या नासिर उद्दीन महमूद नूं? तो अपनी मौत तो पहला इल्तुतमिश ने जिहड़ा अपना उत्तराधिकारी अपनी पुत्री जिहड़ा रजिया नूं, रजिया सुल्ताना जिन्होंने कहा जाता है, इस नूं नियुक्त किया सीगा। ऑप्शन आड़ा राइट आंसर आएगा। इल्तुतमिश की मौत तो बाद उसका उत्तराधिकारी कौन बनया सी? रुकनुद्दीन फिरोज शाह, रजिया, अलाउद्दीन या फिर नासिर उद्दीन महमूद? तो इल्तुतमिश की मौत हो जाती है तो उस तो बाद उसका जिहड़ा उत्तराधिकारी सी रुकनुद्दीन फिरोज शाह बनया सीगा, क्योंकि अक्सर गद्दियां नूं लैके राजिਆਂ ਦੇ ਵਿੱਚ संघर्ष होंदा रहिंदा सी। बेशक इल्तुतमिश ने जिहड़ा अपना अधिकारी रजिया नूं नियुक्त कीता सीगा, पर उत्तराधिकारी बनदा जिहड़ा रुकनुद्दीन फिरोज शाह बने सीगा। संघर्ष करते सी, एक दूजे नूं मार मराई तक जाते सी, क्योंकि ये सारी गल्लां आपां नूं थ्योरी अगर आपां थ्योरी करदे तां थ्योरी विच पता चल जाता, क्योंकि ज़्यादा डीपली जाना पैंदा, इन्ना जाण की जरूरत नहीं है। सो दोस्तों ये अगले भाग में अगले मोस्ट इंपोर्टेंट क्वेश्चन सी। वीडियो चंगी लगे लाइक कमेंट ते अगे शेयर जरूर कर दिया करो। बाकी कंटिन्यू तुहानूं वीडियो है जिहड़ी वो प्रोवाइड करते रहांगे। सो मिलते हैं जी अगले नवे भाग दे विच अगले नवे MCQ प्रश्न उत्तरां नाल। उद तक लई धन्नवाद।